ਤੁਸੀਂ सन 47 ਭੁੱਲ ਗਏ ਜਿਹਦਾ ਵਕਤ ਹੈ ਅੱਜ ਗਵਾਹ ਉਹ ਧੀਆਂ ਮੇਰੀਆਂ ਰੁਲ ਗਈਆਂ ਤੇ ਪੁੱਤ ਸਨ ਹੋਏ ਜਵਾਹ ਵੀ ਮੈਂ ਕੀ ਫੋਨਾਂ ਦੁਖੜੇ ਮੇਰੀ ਚਲਦੀ ਨਾ ਯਕੀਨ ਕਰੋ ਜਦੋਂ ਵੀ ਤੁਸੀਂ ਇਹ ਸਟੋਰੀ ਕਰਦੇ ਹੋ ਜ਼ਖਮ ਉਧਰ ਜਾਂਦਾ ਹੈ। ਮਿੱਟੀ ਦਾ ਮੋਹ ਜਿਹੜਾ ਹੈ ਹਮੇਸ਼ਾ ਬਹੁਤ ਵੱਡਾ ਹੁੰਦਾ ਹੈ। कोई करोड़ों रुपए अरबों रुपया देवे लेकिन एक मिट्टी तो बेवतन करे तो बहुत बड़ी गल। मैं पाकिस्तान जाके 94 ਦੇ ਵਿੱਚ मैं उत्थे लोगों की तड़फ देखी। एक बंदा मैनू मिलिया ਉਹ ਮੈਨੂੰ ਕਹਿੰਦਾ ਵੀ ਮੋਹਣੀ ਸੀ ਉਹਦਾ ਨਾਂ ਮੈਨੂੰ ਕਹਿੰਦਾ ਜੇ ਮੈਨੂੰ ਇੱਕ ਵਾਰ ਵੀ ਇਹ ਕਹਿ ਦੇਣ ਮੈਂ ਤਾਂ ਪਰਿੰਦਾ ਬਣ ਕੇ ਉੱਡ ਜਾ। ਦੀਵਾਰਾਂ ਨੇ ਕੀਤੀ ਹਿਫਾਜ਼ਤ ਤੇ ਜਾਨ ਬਚਾਈ ਮਜ਼ਲੂਮਾਂ ਦੀ ਭੀੜ ਪਿਆਸੀ ਖੂਨ ਦੀ ਸੀ ਤੇ ਇਨਸਾਨੀਅਤ ਮਰ ਗਈ ਸੀ ਹਜ਼ੂਮਾਂ ਦੀ। ਜਿੱਥੇ ਖਾਮੋਸ਼ੀ ਪਸਰੀ ਗਲੀਆਂ 'ਚ ਤੇ ਖੌਫ ਨੇ ਘੇਰਿਆ ਬੰਦੇ ਨੂੰ ਭੁੱਲ ਗਏ ਸੀ ਇਨਸਾਨੀਅਤ ਸਿਰ ਤੇ ਝੁਕਿਆ ਲਾਸ਼ਾਂ ਦੇ ਧੰਦੇ ਨੂੰ। ਡਰ ਦੇ ਨਾਲ ਲੋਕ ਸਹਿਮੇ ਪਏ ਸੀ। ਦੇਸ਼ ਆਜ਼ਾਦ ਤਾਂ ਹੋ ਗਿਆ लेकिन मंजर खौफनाक बन चुके सन। जान बचा के कोई किसे पासे नूं जा रहा सी ते कोई किसे पासे। जो मुसलमान सरहद तो इस पार रह गए उन्हां दे पिछे भी भीड़ खून दी दीवानी हो के मगर पै गई। इस कहानी दे विच तुहानूं मिलावांगे हंसराज मुआफर दे नाल जिन्हां नूं इस घर दीआं दीवारां ने महफूज रखिया, जिन्हां ते हत्थ सी सरदार कपूर सिंह होरां दा, जिन्हां दे नाल हमसाया बन के तुर रहे सी सरदार भरपूर सिंह ते जिन्हां दी जान दी हिफाजत कर रहे सी सरदार प्रीतम सिंह। हंसराज मुआफर दे मूहों सुनांगे ਉਹ मज़ेदार किस्सा जिस दे विच उन्हां दे पिता जी ने सरदार कपूर सिंह ते सरदार भरपूर सिंह होरां दे कहण ते एक तोप भी तैयार कीती सी। बहुत बहुत शुक्रिया वक्त देने के लिए स्पोक्समैन। ਮਿਹਰਬਾਨੀ ਜੀ। ਸਪੋਕਸਮੈਨ ਦਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡਾ ਬੜਾ ਧੰਨਵਾਦ। ਜਿਹੜੇ ਇੱਕ ਦਵੀ ਕੁਚਲੀ ਇੱਕ ਸਟੋਰੀ ਹੈ ਜਿਹੜੀ ਇੱਕ ਦਫਨ ਸਟੋਰੀ ਹੈ ਉਸ ਨੂੰ ਤੁਸੀਂ ਅੱਜ ਲੋਕਾਂ ਦੇ ਰੂਬਰੂ ਕਰ ਰਹੇ ਹੋ। ਇਸ ਤੋਂ ਵੱਧ ਹੋਰ ਕੀ ਖੁਸ਼ੀ ਹੋਏਗੀ। ਸਾਡੀ ਹੱਡ ਬੀਤੀ ਸਾਡੀ ਜਗ ਬੀਤੀ ਅੱਜ ਦੇ ਸਮੇਂ ਦੇ ਨਾਲ ਮੇਲ ਕਰਕੇ ਅਸੀਂ ਚੱਲਦੇ ਹਾਂ ਕਿ 1947 ਜਦੋਂ ਵਾਪਰਿਆ ਸੀ ਤੇ ਅੱਜ ਦੇ ਹਾਲਾਤ ਜੋ ਸਾਡੇ ਬਣਦੇ ਜਾ ਰਹੇ ਨੇ ਸਾਨੂੰ ਫਿਰ ਇਸ ਤਰ੍ਹਾਂ ਦਾ ਇੱਕ ਡਰ ਮਹਿਸੂਸ ਹੁੰਦਾ ਕਿ ਕਿਤੇ ਉਹ ਗੱਲ ਨਾ ਹੋ ਜੇ ਕਿਤੇ ਜਾਂ 10 ਲੱਖ ਲੋਕ ਜਿਹੜੇ ਪੰਜਾਬ ਦੇ ਮਹਾ ਪੰਜਾਬ ਦੇ ਔਰ ਸਿਰਫ ਪੰਜਾਬ ਦੇ ਆਜ਼ਾਦੀ ਦੇ ਨਾਂ ਦੇ ਉੱਤੇ 10 ਲੱਖ ਲੋਕਾਂ ਦੀ ਜਿਹੜੀ ਆਹੂਤੀ ਹੋਈ ਹੈ ਉਹ ਪੰਜਾਬ ਚਾਹੇ ਉਧਰ ਦਾ ਹੈ ਤੇ ਚਾਹੇ ਪੰਜਾਬ ਇੱਧਰ ਦਾ ਮਰੇ ਸਾਡੇ ਨੇ ਸਾਡੀਆਂ ਧੀਆਂ ਭੈਣਾਂ ਰੁਲੀਆਂ ਨੇਗੀਆਂ। ਉਹ ਤੁਸੀਂ ਸਟੋਰੀ ਨੂੰ ਅੱਜ ਫਿਰ ਸ਼ੂ ਹੈ ਜੇ ਯਕੀਨ ਕਰੋ ਜਦੋਂ ਵੀ ਤੁਸੀਂ ਇਹ ਸਟੋਰੀ ਕਰਦੇ ਹੋ ਜ਼ਖਮ ਉਧਰ ਜਾਂਦੇ ਨੇ, ਇੱਕ ਦਰਦ ਖੜਾ ਹੋ ਜਾਂਦਾ ਕਿਉਂਕਿ ਅਸੀਂ ਆਪਣੇ ਮਾਂ-ਬਾਪ ਤੋਂ ਸਾਰਾ ਕੁਝ ਸੁਣਿਆ ਹੋਇਆ ਹੈ। ਸਾਨੂੰ ਸਾਡੇ ਮਾਮਿਆਂ ਨੇ ਸਾਡੇ ਮਾਂ-ਬਾਪ ਨੇ ਦੱਸਿਆ ਅਸੀਂ ਇਸ ਪਿੰਡ ਦੇ ਵਿੱਚ ਰਹੇ। ਇਸ ਪਿੰਡ ਦਾ ਮੋਹ ਮਿੱਟੀ ਦਾ ਮੋਹ ਜਿਹੜਾ ਹੈ ਹਮੇਸ਼ਾ ਬਹੁਤ ਵੱਡਾ ਹੁੰਦਾ ਹੈ। ਕਿਸੇ ਦੀ ਮੈਂ ਤਾਂ ਸਮਝਦਾ ਕਿ ਕੋਈ ਕਰੋੜਾਂ ਰੁਪਏ ਅਰਬਾਂ ਰੁਪਇਆ ਦੇਵੇ ਲੇਕਿਨ ਇੱਕ ਮਿੱਟੀ ਤੋਂ ਬੇਵਤਨ ਕਰੇ ਤੇ ਬਹੁਤ ਵੱਡੀ ਗੱਲ ਹੈ। ਆਪਣੇ ਵਤਨ ਤੋਂ ਆਪਣੀ ਮਿੱਟੀ ਤੋਂ ਆਪਣੇ ਪਿੰਡ ਤੋਂ ਆਪਣੇ ਘਰ ਤੋਂ ਬੇਵਤਨ ਕਰਨਾ ਉਹ ਬਹੁਤ ਵੱਡਾ ਦੁੱਖ ਹੁੰਦਾ। ਹੁਣ ਜਿਸ ਦਰਵਾਜ਼ੇ ਤੋਂ ਤੁਹਾਨੂੰ ਜਿਹੜੇ ਮਕਾਨ ਦੇ ਅੰਦਰ ਲੈ ਕੇ ਜਾ ਰਿਹਾ ਸੀ ਉਸ ਮਕਾਨ ਦੇ ਵਿੱਚ ਹਿਫਾਜ਼ਤ ਕੀਤੀ ਜਾ ਰਹੀ ਸੀ ਮੁਸਲਮਾਨ ਪਰਿਵਾਰਾਂ ਦੀ। ਉਹ ਮੁਸਲਮਾਨ ਪਰਿਵਾਰ ਜੋ ਸਰਦਾਰ ਪਰਿਵਾਰ ਨੂੰ ਆਪਣਾ ਰਹਿਨੁਮਾ ਸਮਝਦੇ ਸੀ। ਇਸ ਦਰਵਾਜ਼ੇ ਤੋਂ ਅੰਦਰ ਜਾਣ ਦਾ ਮਤਲਬ ਸੀ ਉਹਨਾਂ ਤਾਰਾਂ ਨੂੰ ਛੇੜਨਾ ਜੋ ਸਿੱਧੇ 47 ਦੇ ਨਾਲ ਜਾ ਜੁੜਦੀਆਂ ਹਨ। ਸਾਨੂੰ ਲੈ ਕੇ ਚੱਲੋ ਅੰਦਰ। ਮੈਂ ਜਾਣਨਾ ਚਾਹੁੰਦਾ ਤੇ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਨੇ। ਦੋਸਤੋ ਇਸ ਬੂਹੇ ਤੋਂ ਅੰਦਰ ਜਾਣ ਤੋਂ ਪਹਿਲਾਂ ਇੱਕ ਚੀਜ਼ ਚੰਗੀ ਤਰ੍ਹਾਂ ਯਾਦ ਤੁਸੀਂ ਰੱਖ ਲੈਣਾ, ਆਪਣੇ ਜ਼ਿਹਨ ਦੇ ਵਿੱਚ ਕਰ ਲੈਣਾ ਕਿ ਦਰਵਾਜ਼ੇ ਦੇ ਅੰਦਰ ਐਂਟਰ ਹੋਣ ਤੋਂ ਬਾਅਦ ਉਹ ਚੀਜ਼ਾਂ ਉਹ ਤਸਵੀਰਾਂ ਖੁੱਲ੍ਹ ਜਾਣੀਆਂ ਤੁਹਾਡੇ ਸਾਹਮਣੇ ਜਾਂ ਉਹ ਪੂਰੇ ਪਹਿਲੂ ਜੋ ਹੋਣਗੇ ਉਹਨਾਂ ਦੇ ਉੱਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰਾਂਗਾ ਜੋ 47 ਦੇ ਵਕਤ ਇਹਨਾਂ ਨੇ ਦੇਖੇ ਜਾਂ ਇਹਨਾਂ ਦੇ ਪਰਿਵਾਰਾਂ ਨੇ ਦੇਖੇ। ਸਰ ਕੀ ਬਦਲਾਅ ਆਇਆ ਹੁਣ ਇਸ ਮਕਾਨ ਦੇ ਵਿੱਚ ਤੇ ਕਿਵੇਂ ਲੋਕ ਜਿਹੜੇ ਸੀਗੇ ਇੱਥੇ ਪਹੁੰਚੇ ਸੀਗੇ?
ਮੈਂ ਇਹ ਕਹਿ ਸਕਦਾ ਕਿ ਇਹ ਜਿਹੜੇ ਮਕਾਨ ਹੈ ਇਸ ਦੀਆਂ ਨੀਹਾਂ ਤਾਂ ਉਹੀ ਨਹੀਂ ਗਈਆਂ, ਇਹਦੀਆਂ ਕੰਧਾਂ ਜ਼ਰੂਰ ਬਦਲ ਗਈਆਂ ਕਿਉਂਕਿ ਸਮੇਂ ਦੇ ਨਾਲ ਨਾਲ ਜਦੋਂ ਕੋਈ ਚੀਜ਼ ਪੁਰਾਣ ਪੈ ਜਾਂਦੀ ਹੈ ਉਹ ਸਾਰੀ ਚੀਜ਼ ਬਦਲ ਜਾਂਦੀ ਹੈਗੀ। ਇਹ ਛੋਟਾ ਜਿਹਾ ਮਕਾਨ ਸੀ, ਸਾਡਾ ਪੂਰਾ ਪਰਿਵਾਰ ਜਿਹੜਾ ਹੈਗਾ ਖਾਨਦਾਨ, ਸਾਡਾ ਪਿੰਡ ਆਨੰਦਗੜ੍ਹ ਤੇ ਮੋਫਰ ਦਾ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਸੀ ਕਿਉਂਕਿ ਸਾਡੇ 'ਚ ਜਿਹੜਾ ਵੱਡਾ ਯੋਗਦਾਨ ਇਸ ਪਿੰਡ ਦੇ ਵਿੱਚ ਸਾਡੇ ਬਾਬਾ ਜੀ ਸਰਦਾਰ ਪ੍ਰੀਤਮ ਸਿੰਘ MLA, ਜਿਨ੍ਹਾਂ ਦਾ ਬੇਟਾ ਹੁਣ ਜਤਿੰਦਰ ਸਿੰਘ ਮੋਫਰ MLA ਹੈ, ਬਿਕਰਮਜੀਤ ਸਿੰਘ ਉਹਨਾਂ ਦਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੈ, ਬਾਬਾ ਜੀ ਕਪੂਰ ਸਿੰਘ ਉਹਨਾਂ ਦੇ ਨਾਲ ਹੀ ਉਹਨਾਂ ਦਾ ਘਰ ਹੈਗਾ ਉਹਨਾਂ ਦਾ, ਤੇ ਬਾਬਾ ਜੀ ਭਰਪੂਰ ਸਿੰਘ। ਕਿ ਇਹ ਪਿੰਡ ਇੱਕ ਉਹ ਪਿੰਡ ਹੈ ਜਿੱਥੇ ਇੱਕ ਵੀ ਮੁਸਲਮਾਨ ਨਹੀਂ ਮਰਿਆ, ਬਲਕਿ ਮੈਂ ਇਹ ਕਹਿ ਸਕਦਾ ਜਿਸ ਤਰ੍ਹਾਂ ਮੇਰੀ ਮਾਂ ਮੈਨੂੰ ਦੱਸਦੀ ਹੁੰਦੀ ਸੀ ਕਿ ਇੱਥੋਂ ਜਿਹੜੇ ਜ਼ਖਮੀ ਹੁੰਦੇ ਸੀ ਉਹ ਖੁਦ ਵੀ ਇਲਾਜ ਕਰਦੇ ਰਹੇ ਨੇਗੇ, ਇੱਥੋਂ ਜ਼ਖਮੀਆਂ ਨੂੰ ਠੀਕ ਕਰਕੇ ਘੱਗਰ ਦੇ ਉੱਤੇ ਨਾਲੀ ਦੇ ਉੱਪਰ ਸਾਡੇ ਬਜ਼ੁਰਗ ਮੇਰੇ ਫਾਦਰ ਸਾਹਿਬ ਜਾਂ ਮੇਰੇ ਚਾਚਾ ਜੀ ਹੁਣੀ ਉਹ ਉੱਥੇ ਦੂਸਰੇ ਸਾਡੇ ਪਿੰਡ ਦੇ ਲੋਕਾਂ ਦੇ ਨਾਲ ਉਹ ਉੱਥੇ ਘੱਗਰ ਦੇ ਉੱਤੇ ਛੱਡ ਕੇ ਆਉਂਦੇ ਸੀਗੇ। ਇਹ ਇੱਕ ਪਿੰਡ ਦੀ ਵਿਲੱਖਣਤਾ ਹੈਗੀ ਆ ਜਿਸ ਕਰਕੇ ਇਸ ਮਿੱਟੀ ਦਾ ਮੋਹ ਆ ਜਿਹੜਾ ਉਹ ਹਮੇਸ਼ਾ ਰਹਿੰਦਾ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਆਪਣੇ ਪਿੰਡ ਦੇ ਲੋਕਾਂ ਨੂੰ ਵੀ ਇੱਕ ਗੱਲ ਕਹਿਣਾ ਹੁੰਦਾ ਕਿ ਜੇ ਮੈਂ ਮਰ ਜਾਵਾਂ ਕਿਤੇ ਵੀ ਮਰ ਜਾਵਾਂ ਤੇ ਮੈਨੂੰ ਮੇਰੇ ਪਿੰਡ ਦੇ ਵਿੱਚ ਤੇ ਬਿਠਾਇਓ। ਕਿਉਂ? ਕਿਉਂਕਿ ਮਿੱਟੀ ਹੈ। ਮੈਂ ਪਾਕਿਸਤਾਨ ਜਾ ਕੇ ਆਇਆ 94 ਦੇ ਵਿੱਚ, ਮੈਂ ਉੱਥੇ ਲੋਕਾਂ ਦੀ ਤੜਫ ਵੇਖੀ। ਉੱਥੇ ਬਹੁਤ ਸਾਰੇ ਲੋਕ, ਇੱਕ ਬੰਦਾ ਮੈਨੂੰ ਮਿਲਿਆ, ਉਹ ਮੈਨੂੰ ਕਹਿੰਦਾ ਵੀ ਮੋਹਣੀ ਸੀ ਉਹਦਾ ਨਾਂ, ਮੈਨੂੰ ਕਹਿੰਦਾ ਜੇ ਮੈਨੂੰ ਇੱਕ ਵਾਰ ਵੀ ਇਹ ਕਹਿ ਦੇਣ ਮੈਂ ਤਾਂ ਪਰਿੰਦਾ ਬਣ ਕੇ ਉੱਡ ਜਾ। ਇੱਕ ਸਾਡੇ ਫਾਦਰ ਸਾਹਿਬ ਹੋਰਾਂ ਦੀ ਭੂਆ ਦੇ ਲੜਕੇ ਸੀ, ਜਲਾਲ ਸੀ ਉਹਨਾਂ ਦਾ ਨਾਂ, ਉਹਨਾਂ ਦਾ ਪਿੰਡ ਦਾਤੇਬਾਦ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਰੋਜ਼ ਰਾਤ ਨੂੰ ਸੁਪਨੇ ਦੇ ਵਿੱਚ ਆਪਣੇ ਪਿੰਡ ਜਾ ਕੇ ਆਉਣਾ, ਆਪਣੇ ਖੇਤਾਂ 'ਚ ਜਾ ਕੇ ਆਉਣਾ। ਮੈਨੂੰ ਬੋੜੇ ਦੇ ਡੋਗਰ ਮਿਲੇ ਉੱਥੇ, ਸਰਦਾਰਪੁਰਾ ਪਿੰਡ ਸ਼ਹਿਰ ਹੈ ਇੱਕ ਉੱਥੇ ਸਾਡੇ ਰਿਸ਼ਤੇਦਾਰ ਸੀ, ਮੈਂ ਉਹਨਾਂ ਕੋਲ ਗਿਆ ਸੀ, ਉਹ ਉੱਥੇ ਮਿਲੇ। ਉਹ ਮੈਨੂੰ ਕਹਿੰਦੇ ਵੀ ਜਵਾਨਾ ਕਿਹੜਾ ਪਿੰਡ ਹੈ? ਮੈਂ ਕਿਹਾ ਜੀ ਮੇਰਾ ਪਿੰਡ ਮੋਫਰ ਹੈ। ਮੈਂ ਕਿਹਾ ਤੁਹਾਡਾ ਕਿਹੜਾ ਪਿੰਡ ਹੈ? ਉਹ ਕਹਿੰਦੇ ਜੀ ਸਾਡਾ ਪਿੰਡ ਬੋੜਾ ਹੈ। ਮੈਂ ਕਿਹਾ ਜੀ ਸਾਡੇ ਨੇੜੇ ਹੀ ਹੈ ਅਤੇ ਉੱਥੇ ਮੇਰੀ ਭੈਣ ਰਹਿੰਦੀ ਹੈਗੀ। ਅਤੇ ਉਹ ਕਹਿੰਦੇ ਵੀ ਐਂ ਦੱਸ ਤੇ ਸਾਡੀਆਂ ਪੈਲੀਆਂ ਦਾ ਕੀ ਹਾਲ ਹੈ? ਅਤੇ ਸੁਣਿਆ ਸਾਡੀਆਂ ਪੈਲੀਆਂ 'ਚੋਂ ਨਹਿਰ ਨਿਕਲ ਗਈ ਹੈ, ਭਾਖੜਾ ਨਹਿਰ ਬਾਅਦ 'ਚ ਨਿਕਲੀ ਹੈ ਨਾ 1954 'ਚ ਕਿਤੇ ਨਿਕਲੀ ਹੈ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਪੁੱਛਿਆ ਸਾਡੀ ਮਸੀਤ ਖੜੀ ਹੈ? ਮੈਂ ਇਹਨਾਂ ਨੂੰ ਦੱਸਿਆ ਮਸੀਤ ਖੜੀ ਹੈ ਪਰ ਉਹਦੀ ਤੂੜੀ ਪਾਈ ਹੋਈ ਹੈ। ਅੱਜ ਵੀ ਉਹ ਹਰਿਆਣੇ ਦਾ ਪਿੰਡ ਹੈ, ਅੱਜ ਵੀ ਕਿਸੇ ਦੇ ਕਬਜ਼ੇ ਵਿੱਚ ਉਹ ਮਸੀਤ, ਅੱਜ ਵੀ ਉਹਦੇ 'ਚ ਤੂੜੀ ਪਾਈ ਹੋਈ ਹੈ। ਹੋਰ ਬਹੁਤ ਸਾਰੇ ਮਿਲੇ। ਇੱਕ ਘਰਾਂਗਣੇ ਦੀ ਔਰਤ ਮੈਨੂੰ ਮਿਲੀ ਅਤੇ ਉਹ ਮੈਨੂੰ ਕਹਿੰਦੀ ਜੀ ਕਿਹੜਾ ਪਿੰਡ ਹੈ ਜਵਾਨਾ ਤੇਰਾ? ਮੈਂ ਆਖਿਆ ਜੀ ਘਰਾਂਗਣਾ ਮੋਫਰ ਪਿੰਡ ਹੈ ਮੇਰਾ। ਅਤੇ ਕਹਿੰਦੀ ਕਿੱਥੇ ਹੈ? ਮੈਂ ਕਿਹਾ ਮਾਨਸਾ ਜ਼ਿਲ੍ਹੇ 'ਚ ਪੈਂਦਾ। ਅਤੇ ਮੈਂ ਕਿਹਾ ਤੁਹਾਡਾ ਪਿੰਡ ਕਿਹੜਾ? ਕਹਿੰਦੀ ਸਾਡਾ ਪਿੰਡ ਤਾਂ ਬਹੁਤ ਦੂਰ ਹੈ। ਮੈਂ ਕਿਹਾ ਕਿਹੜਾ ਪਿੰਡ ਹੈ? ਕਹਿੰਦੀ ਪਟਿਆਲਾ ਰਿਆਸਤ ਦੇ ਵਿੱਚ ਹੈ। ਮੈਂ ਕਿਹਾ ਅੱਛਾ, ਪਟਿਆਲਾ ਰਿਆਸਤ? ਹਾਂਜੀ। ਉਹ ਲੋਕ ਅੱਜ ਵੀ ਰਿਆਸਤ ਸਮਝਦੇ, ਪੁਰਾਣੇ ਲੋਕ ਸੀ ਉਹ ਰਿਆਸਤ ਹੀ ਸਮਝਦੇ ਨੇਗੇ। ਅਤੇ ਉਹਨੂੰ ਮੈਨੂੰ ਪੁੱਛਿਆ, ਮੈਨੂੰ ਕਹਿੰਦੀ ਮੈਂ ਕਿਹੜਾ ਪਿੰਡ ਹੈ? ਮੈਂ ਕਿਹਾ ਤੁਹਾਡਾ। ਕਹਿੰਦੀ ਘਰਾਂਗਣਾ ਹੈ। ਮੈਂ ਕਿਹਾ ਉੱਥੇ ਤਾਂ ਮੈਂ ਬਹੁਤ ਜਾਂਦਾ ਰਹਿਣਾ, ਮੇਰੇ ਦੋਸਤ ਜੀ ਸਰਦਾਰ ਗੁਰਤੇਜ ਸਿੰਘ ਸਿੱਧੂ ਜਿਨ੍ਹਾਂ ਨੇ ਮੇਰੀ ਲਾਈਫ ਬਣਾਈ ਹੈ ਪੂਰੀ। ਹਾਂਜੀ। ਇੱਥੇ ਕੁਝ ਮੈਂ ਪੁਰਾਣੀਆਂ ਚੀਜ਼ਾਂ ਵੀ ਦੇਖਦਾ ਪਿਆ, ਥੋੜ੍ਹਾ ਮੈਨੂੰ ਇਹਦੇ ਬਾਰੇ ਦੱਸੋ। ਕਾਫੀ ਪੁਰਾਣਾ ਲੱਗਦਾ ਹੈ। ਹਾਂ, ਇਹ ਚਰਖਾ ਹੈ ਜੀ। ਚਰਖਾ ਸਾਡੇ ਆਪਣੇ ਬਜ਼ੁਰਗਾਂ ਨੇ ਬਣਾਇਆ ਹੋਇਆ ਕਿਉਂਕਿ ਸਾਡੇ ਬਜ਼ੁਰਗ ਸਾਰਾ ਇਹ ਕੰਮ ਜਾਣਦੇ ਸੀਗੇ ਕਿਉਂਕਿ ਲਾਹੌਰ ਬਰਾਦਰੀ ਦੇ ਵਿੱਚ ਨਾਲ ਸੰਬੰਧਿਤ ਹਾਂ ਅਸੀਂ। ਸਾਡੇ ਫਾਦਰ ਸਾਹਿਬ ਹੋਣੀ ਉਹ ਪਿੰਡ ਦਾ ਜਿਹੜਾ ਕੰਮ ਸੀਗਾ ਖੇਤੀਪਤੀ ਦਾ ਉਹ ਸਾਰਾ ਜਿਹੜੇ ਸੰਦ ਸੀਗੇ ਉਹ ਬਣਾਉਂਦੇ ਰਹੇ ਨੇ। ਅਤੇ ਉਸ ਵਕਤ ਤਾਂ ਇਹੋ ਹੀ ਹੁੰਦਾ ਸੀਗਾ, ਸਾਰਾ ਕੁਛ ਉਹਨਾਂ ਦੇ ਬਣਾਏ ਹੋਏ ਆਪਦੇ ਸੰਦ ਨੇ ਸਾਰੇ ਬਣਾਏ ਹੋਏ। ਇਹ ਜਿਹੜੀ ਤਾਣੀ ਵਗੈਰਾ ਹੈਗੀ ਹੈ, ਇਹ ਜਿਹੜੇ ਹੈ ਨਾ ਸਾਰਾ ਕੁਝ, ਇਹ ਚੱਕੀ ਹੈ। ਚੱਕੀ ਆਹ ਜਿਹੜੀ ਮਾਤ ਵਗੈਰਾ ਬਣਾਈ ਹੈ ਸਾਡੇ ਆਪਣੇ ਬਾਈ ਜੀ ਹੋਰਾਂ ਨੇ ਖੁਦ ਬਣਾਈ ਹੋਈ ਹੈ। ਇਹ ਮੈਂ ਤੁਹਾਨੂੰ ਉਹਨਾਂ ਨੂੰ ਮਿਲਾਉਣਾ, ਬਾਈ ਜੀ ਸਰਜੀਤ ਸਿੰਘ ਨੂੰ। ਹਾਂ, ਉਹਨਾਂ ਦਾ ਨਾਮ ਸਰਜੀਤ ਸਿੰਘ ਆ। ਵੈਸੇ ਤਾਂ ਅਸੀਂ ਮੁਸਲਮਾਨ ਆ, ਲੋਹਾਰ ਆ। ਸੱਭਿਆਚਾਰ ਦੇ ਨਾਲ ਨਾਲ ਜਿਵੇਂ ਜਿਵੇਂ 47 ਦਾ ਅਸਰ ਪਿਆ ਉਸ ਤਰ੍ਹਾਂ ਹੀ ਸਾਡਾ ਜਿਹੜਾ ਕਲਚਰ ਜਾਂ ਸੱਭਿਆਚਾਰ ਨਾਮਾਂ 'ਤੇ ਵੀ ਅਸਰ ਪਿਆ, ਹੋਲੇ ਰਹਿਣ ਸਹਿਣ 'ਤੇ ਵੀ ਅਸਰ ਪਿਆ। ਅਤੇ ਇਸ ਗੱਲ ਦਾ ਖੈਰ ਮੈਂ ਬਹੁਤਾ ਸਮਝਦਾ ਨਹੀਂ ਹੈਗਾ। ਮੈਨੂੰ ਕਈ ਲੋਕ ਪੁੱਛਦੇ ਨੇ ਵੀ ਤੇਰਾ ਨਾਂ ਹੰਸਰਾਜ ਹੈ ਅਤੇ ਤੂੰ ਮੁਸਲਮਾਨਾਂ ਦਾ ਮੁੰਡਾ ਹੈ, ਪਹਿਰਾਵਾ ਤੇਰਾ ਸਿੱਖਾਂ ਵਾਲਾ ਹੈ। ਮੈਨੂੰ ਤਾਂ ਇਹ ਜੇ ਲੱਗਦਾ ਹੁੰਦਾ ਵੀ ਕਈ ਵਾਰੀ ਬੜਾ ਮੈਂ ਤਾਂ ਇੱਕ ਸਾਂਝਾ ਜਿਹਾ ਬੰਦਾ ਸਭ ਦਾ, ਕਦੇ ਮਹਿਸੂਸ ਹੀ ਨਹੀਂ ਹੋਇਆ ਮੈਨੂੰ ਇਸ ਚੀਜ਼ ਦੀ ਕਿਉਂਕਿ ਸਾਂਝੀਵਾਲਤਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਅਤੇ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਅਸੀਂ ਇੱਕ ਦੂਸਰੇ ਨਾਲ ਭਾਈਚਾਰਾ ਕਿਵੇਂ ਬਣਾਉਣਾ। ਮੈਂ ਤਾਂ ਹਮੇਸ਼ਾ ਹੀ ਇਸ ਗੱਲ ਦੇ ਉੱਤੇ ਬਿਲਕਦਾ, ਜਿਸ ਤਰ੍ਹਾਂ ਸਾਡੇ ਮੁਲਕ ਦੇ ਹਾਲਾਤ ਚੱਲ ਰਹੇ ਨੇਗੇ ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਤਾਂ ਮੈਨੂੰ ਹਮੇਸ਼ਾ ਇੱਕੋ ਗੱਲ ਦਾ ਡਰ ਰਹਿੰਦਾ ਕਿ ਭਾਈਚਾਰਾ ਸਾਡਾ ਕਿਵੇਂ ਕਾਇਮ ਰਹੇ। ਮੌਫਰ ਪਿੰਡ ਦੇ ਨਜ਼ਦੀਕ ਤੋਂ ਲੰਘਦੀ ਸੀ ਘੱਗਰ ਦਰਿਆ, ਜਿਸ ਦੇ ਦੂਜੇ ਪਾਸੇ ਉਹ ਭੀੜ ਮੌਜੂਦ ਸੀ ਜੋ ਖੂਨ ਦੀ ਦੀਵਾਨੀ ਹੋਈ ਫਿਰਦੀ ਸੀ।
ਜੋ ਮੌਕੇ ਦੀ ਭਾਲ 'ਚ ਸੀ ਕਿ ਜਿਵੇਂ ਹੀ ਦਾ ਲੱਗੇ ਤੇ ਉਸ ਵੇਲੇ ਮੌਫਰ ਪਿੰਡ ਦਾ ਵਜੂਦ ਖਤਮ ਕਰ ਦਿੱਤਾ ਜਾਵੇ। ਲੇਕਿਨ ਉਸ ਵਕਤ ਸਰਦਾਰ ਕਪੂਰ ਸਿੰਘ, ਸਰਦਾਰ ਭਰਪੂਰ ਸਿੰਘ ਤੇ ਸਰਦਾਰ ਪ੍ਰੀਤਮ ਸਿੰਘ ਹੋਰਾਂ ਦੇ ਜਜ਼ਬੇ ਤੇ ਸਮਝਦਾਰੀ ਬਦੌਲਤ ਇੱਕ ਤੋਪ ਤਿਆਰ ਕਰਵਾਈ ਗਈ, ਜਿਸ ਤੋਪ ਦਾ ਮੂੰਹ ਘੱਗਰ ਵੱਲ ਨੂੰ ਕੀਤਾ ਗਿਆ। ਆਓ ਹੰਸਰਾਜ ਮੌਫਰ ਹੋਰਾਂ ਦੇ ਕੋਲੋਂ ਹੀ ਸੁਣਦੇ ਹਾਂ ਉਸ ਤੋਪ ਦੇ ਪਿੱਛੇ ਦੀ ਅਸਲ ਕਹਾਣੀ। ਹੰਸਰਾਜ ਜੀ, ਤੁਸੀਂ ਕਿੱਸਾ ਦਿਲਚਸਪ ਸੀਗਾ ਮੇਰੇ ਲਈ ਸੁਣਨਾ। ਮੈਂ ਕੋਸ਼ਿਸ਼ ਕਰਾਂਗਾ ਲੋਕਾਂ ਨੂੰ ਵੀ ਪਸੰਦ ਆਏਗਾ। ਉਹ ਤੁਹਾਡੇ ਫਾਦਰ ਸਾਹਿਬ ਨੇ ਬਚਾਅ ਦੇ ਲਈ ਇੱਕ ਤੋਪ ਤਿਆਰ ਕੀਤੀ ਸੀਗੀ ਉਸ ਵੰਡ ਦੇ ਦੌਰਾਨ, ਕਿਉਂਕਿ ਘੱਗਰ ਦੇ ਉਸ ਵਾਰ ਮੁਸਲਮਾਨ ਇਕੱਠੇ ਹੋ ਰਹੇ ਸੀਗੇ ਤੇ ਇੱਕ ਖੌਫ ਇਹ ਵੀ ਸੀਗਾ ਕਿਤੇ ਉਹ ਨਾ ਅਟੈਕ ਕਰ ਦੇਣ। ਉਹ ਕਿੱਸੇ ਬਾਰੇ ਥੋੜਾ ਦੱਸੋ ਤੇ ਉਹ ਤੋਪ ਕਿਵੇਂ ਬਣੀ ਸੀ? ਉਹ ਜੀ ਸਾਡੇ ਪਿੰਡ ਦੇ ਵਿੱਚ ਜਦੋਂ ਇੱਥੇ ਸਾਰੇ ਲੋਕ ਇੱਥੇ ਰਹਿ ਰਹੇ ਸੀਗੇ, ਘੱਗਰ ਸਾਥੋਂ ਕੋਈ 7-8 ਮੀਲ ਦੇ ਉੱਤੇ ਕਿਲੋਮੀਟਰ ਦੇ ਦੂਰ ਹੈ। ਉੱਥੇ ਜਿੰਨੇ ਸਾਰੇ ਮੁਸਲਮਾਨ ਸੀ ਬਾਕੀ ਪਿੰਡਾਂ ਦੇ ਇਧਰ ਡਿਸਟ੍ਰਿਕਟ ਹਿਸਾਰ ਦੇ ਜਾਂ ਹੋਰ ਸਾਰੇ, ਉਹ ਘੱਗਰ ਦੇ ਉੱਪਰ ਇਕੱਠੇ ਹੋ ਗਏ ਸੀ। ਇੱਥੋਂ ਜਦੋਂ ਮੈਂ 1994 ਦੇ ਵਿੱਚ ਪਾਕਿਸਤਾਨ ਗਿਆ, ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਇੱਥੋਂ 16 ਮੀਲ ਲੰਬੇ 16 ਦਲ ਗਏ ਨੇ, ਜਿੱਥੇ ਚੁੱਲ੍ਹੇ ਦੇ ਉੱਤੇ ਪਹਿਲਾ ਬੰਦਾ ਪਰਿਵਾਰ ਰੋਟੀ ਬਣਾਉਂਦਾ ਸੀ, ਆਖਰੀ ਪਰਿਵਾਰ ਉਸ ਚੁੱਲ੍ਹੇ ਦੇ ਉੱਤੇ ਆ ਕੇ ਰੋਟੀ ਬਣਾਉਂਦਾ ਹੁੰਦਾ ਸੀ। ਉਸ ਵਕਤ ਇਹ ਲੱਗਦਾ ਹੁੰਦਾ ਸੀ ਵੀ ਕਈ ਵਾਰੀ ਜਿਸ ਤਰ੍ਹਾਂ ਆਮ ਲੋਕਾਂ ਦੇ ਅਫਵਾਹਾਂ ਚੱਲਦੀਆਂ, ਦਹਿਸ਼ਤ ਪੈਦਾ ਹੁੰਦੀ ਸੀ ਵੀ ਕਿਤੇ ਉਹ ਲੋਕ ਇਧਰਲੇ ਪਿੰਡਾਂ ਨੂੰ ਨਾ ਪੈਣ। ਤਾਂ ਸਾਡੇ ਬਾਬਾ ਜੀ ਪ੍ਰੀਤਮ ਸਿੰਘ ਹੋਣੀ ਤੇ ਕਪੂਰ ਸਿੰਘ ਹੋਣੀ ਜਾਂ ਭਰਪੂਰ ਸਿੰਘ ਹੋਣੀ, ਇਹਨਾਂ ਨੇ ਫਿਰ ਇਹ ਸੋਚਿਆ, ਜਾਂ ਸਾਡੇ ਜਿਹੜੇ ਬਜ਼ੁਰਗ ਸੀਗੇ, ਬੜਾ ਇੱਕ ਪਿਆਰ ਔਰ ਮੁਹੱਬਤ ਸੀ ਸਾਡੇ ਬਜ਼ੁਰਗਾਂ ਦੇ ਵਿੱਚ। ਬਾਬਾ ਜੀ ਬਖਤੌਰ ਸਿੰਘ ਸੀ, ਕਰਤਾਰ ਸਿੰਘ ਸੀ, ਹੋਰ ਕਈ ਬਜ਼ੁਰਗ ਸੀ ਜਿਨ੍ਹਾਂ ਦਾ ਨਾਂ ਨਹੀਂ ਯਾਦ ਮੈਨੂੰ ਆ ਰਹੇ। ਇਹਨਾਂ ਨੇ ਸਾਰਾ ਹੀ ਸੋਚਿਆ ਵੀ ਕੋਈ ਨਾ ਕੋਈ ਇੱਥੇ ਤਰਕੀਬ ਬਣਾਈਏ। ਇੱਕ ਸਾਡੇ ਇੱਕ ਬਾਬਾ ਮੇਹਰ ਸਿੰਘ ਸੀਗੇ, ਉਹ ਰਿਟਾਇਰਡ ਫੌਜੀ ਸੀ। ਫਿਰ ਇਹਨਾਂ ਨੇ ਕੀਤਾ, ਮੇਰੇ ਫਾਦਰ ਸਾਹਿਬ ਮੁਹੰਮਦ ਦੌਲਤ ਵਲੀ ਸੀ, ਉਹਨਾਂ ਨੇ ਫਿਰ ਇੱਕ ਉਹ ਤਿਆਰ ਕਰਵਾਈ ਸੀ, ਤੋਪ ਤਿਆਰ ਕਰਵਾਈ ਸੀਗੀ। ਹਾਂਜੀ, ਉਹਨਾਂ ਨੇ ਉਹ ਤੋਪ ਤਿਆਰ ਕਰਵਾ ਕੇ ਫਿਰ ਉਸ ਵਕਤ ਉਹ ਸ਼ਾਮ ਦੇ ਟਾਈਮ ਉਹਦਾ ਤਜਰਬਾ ਕੀਤਾ ਗਿਆ, ਉਹਦਾ ਐਕਸਪੀਰੀਅੰਸ ਕੀਤਾ ਕਿ ਉਹ ਸਹੀ ਹੈ। ਉਸ ਤੋਂ ਬਾਅਦ ਉਹ ਸ਼ਾਮ ਦੇ ਟਾਈਮ ਫਿਰ ਉਸ ਦਾ ਇੱਕ ਫਾਇਰ ਜ਼ਰੂਰ ਕਰਦੇ ਹੁੰਦੇ ਸੀ, ਜਿਹੜਾ ਸਾਨੂੰ ਸਾਡੇ ਬਜ਼ੁਰਗਾਂ ਤੋਂ ਪਤਾ। ਮਤਲਬ ਫਾਇਰ ਕਰਨ ਦਾ ਮਤਲਬ ਇਹ ਹੁੰਦਾ ਸੀਗਾ ਕਿ ਕਿਤੇ ਬੁਰੀ ਸੋਚ ਨਾ ਰੱਖਣਾ, ਇੱਧਰ ਨੂੰ ਨਾ ਆਣਾ, ਆਪਣਾ ਉੱਧਰ ਹੀ ਰਹੋ, ਅਸੀਂ ਇੱਧਰ ਹਿਫਾਜ਼ਤ ਵੀ ਕਰਦੇ ਪਏ ਹਾਂ, ਲੇਕਿਨ ਜੇ ਸਾਡੇ ਉੱਤੇ ਹਮਲਾ ਹੋਏਗਾ ਤੇ ਅਸੀਂ ਮੂੰਹ ਤੋੜ ਜਵਾਬ ਵੀ ਦੇ ਸਕਦੇ ਹਾਂ। ਤੇ ਔਰ ਦੂਸਰੀ ਗੱਲ ਇਹ ਸੀ ਕਿ ਇੱਕ ਅਫਵਾਹਾਂ ਦਾ ਦੌਰ ਸੀ ਉਸ ਵਕਤ। ਉਹਨਾਂ ਅਫਵਾਹਾਂ ਨੂੰ ਰੋਕਣ ਵਾਸਤੇ ਜਾਂ ਉਹਨਾਂ ਅਫਵਾਹਾਂ ਨੂੰ ਦੇ ਸੱਚ ਨੂੰ ਸੱਚ ਬਣਾਉਣ ਵਾਸਤੇ ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਜੇ। ਕਿਉਂਕਿ ਸਾਡੇ ਪਿੰਡ ਦਾ ਤਾਂ ਇਤਿਹਾਸ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਸਾਡੇ ਪਿੰਡ ਦੇ ਵਿੱਚ ਇੱਕ ਵੀ ਮੁਸਲਮਾਨ ਨਹੀਂ ਮਰਿਆ। ਔਰ ਖੁਦ ਸਾਡੀਆਂ ਮਾਵਾਂ, ਸਾਡੇ ਫਾਦਰ ਸਾਹਿਬ ਹੋਣੀ, ਮੇਰੇ ਚਾਚਾ ਜੀ, ਮੇਰੇ ਬਾਪੂ ਜੀ ਹੋਣੀ, ਜਿਹੜੇ ਠੀਕ ਇੱਥੋਂ ਹੁੰਦੇ ਸੀਗੇ ਮੁਸਲਮਾਨ ਇਲਾਜ ਕਰਕੇ, ਉਹਨਾਂ ਨੂੰ ਆਪ ਘੱਗਰ ਦੇ ਉੱਤੇ ਸਾਡੇ ਪਿੰਡ ਦੇ ਦੂਸਰੇ ਲੋਕਾਂ ਦੇ ਨਾਲ ਛੱਡ ਕੇ ਆਉਂਦੇ ਹੁੰਦੇ ਸੀਗੇ। ਸਰਦਾਰ ਮੱਗਰ ਸਿੰਘ ਸੀਗੇ ਜਾਂ ਹੋਰ ਬੰਦੇ ਸੀਗੇ, ਉਹਨਾਂ ਦੇ ਨਾਲ ਜਾ ਕੇ ਉੱਥੇ ਛੱਡ ਕੇ ਆਉਂਦੇ ਹੁੰਦੇ ਸੀ। ਕੀਮਤ ਚੁਕਾਣੀ ਪਈ ਤਾਂ ਕਿਤੇ ਜਾ ਕੇ ਆਜ਼ਾਦੀ ਹਾਸਲ ਹੋਈ, ਲੇਕਿਨ ਇਹ ਕੀਮਤ ਕੋਈ ਸਾਧਾਰਨ ਨਹੀਂ ਸੀ। ਇਸ ਮਿੱਟੀ ਦੇ ਵਿੱਚ ਲਹੂ ਸ਼ਾਮਲ ਹੈ ਉਹਨਾਂ ਲੋਕਾਂ ਦਾ ਜੋ ਉਸ ਵੇਲੇ ਦੇ ਹੁਕਮਰਾਨਾਂ ਦੀ ਸਿਆਸਤ ਦਾ ਸ਼ਿਕਾਰ ਹੋ ਗਏ। ਹੰਸਰਾਜ ਮੌਫਰ ਹੋਰਾਂ ਨੇ ਇਸ ਦਰਦ ਨੂੰ ਬਿਆਨ ਕਰਦਿਆਂ ਗੀਤ ਦੀ ਸ਼ਕਲ 'ਚ ਆਪਣੇ ਜਜ਼ਬਾਤ ਸਾਡੇ ਨਾਲ ਸਾਂਝੇ ਕੀਤੇ। ਮੈਂ ਤਾਂ 1986 ਦੇ ਵਿੱਚ ਮੈਂ ਆਪਣਾ ਇੱਕ ਗੀਤ ਵੀ ਲਿਖਿਆ ਸੀ ਇਹਦੇ ਉੱਤੇ। ਸੁਣਾਓ। ਮੈਂ ਹਾਂ ਧਰਤ ਪੰਜਾਬ ਦੀ, ਮੇਰੇ ਅੱਲੇ ਅੱਲੇ ਕਾ, ਅੱਜ ਮੇਰੇ ਉੱਪਰ ਵਗਦੀ ਇੱਕ ਚੰਦਰੀ ਖੂਨੀ ਬਾ। ਮੇਰੇ ਵਿਰਸੇ ਨੂੰ ਕੌਣ ਡੰਗ ਗਿਆ, ਕੌਣ ਸਭਤਿਆਂ ਨੂੰ ਗਿਆ ਖਾ, ਵੀ ਮੈਂ ਕੀ ਫੋਲਾਂ ਦੁੱਖੜੇ, ਮੇਰੀ ਚਲਦੀ ਨਾ ਕੋਈ ਬਾਹ। ਤੁਸੀਂ ਸੰਨ 47 ਭੁੱਲ ਗਏ, ਜਿਹਦਾ ਵਕਤ ਹੈ ਅੱਜ ਗਵਾਹ, ਉਹ ਧੀਆਂ ਮੇਰੀਆਂ ਰੁਲ ਗਈਆਂ ਤੇ ਪੁੱਤ ਸਨ ਹੋਏ ਜਵਾਹ, ਵੀ ਮੈਂ ਕੀ ਫੋਲਾਂ ਦੁੱਖੜੇ, ਮੇਰੀ ਚਲਦੀ ਨਾ ਕੋਈ ਬਾਹ। ਅੱਜ ਧੀਆਂ ਪਈਆਂ ਰੋਂਦੀਆਂ, ਤੇ ਬੁੱਢਾ ਬਾਪ ਰਿਹਾ ਕੁਰਲਾ, ਇੱਕ ਭੈਣ ਉਡੀਕੇ ਵੀਰ ਨੂੰ ਸੀ, ਉਹ ਚੁੰਨੇ ਲੈਣ ਗਿਆ, ਵੀ ਮੈਂ ਕੀ ਫੋਲਾਂ ਦੁੱਖੜੇ, ਮੇਰੀ ਚਲਦੀ ਨਾ ਕੋਈ ਬਾਹ। ਤੁਸੀਂ ਉੱਠੋ ਸ਼ੇਰ ਪੰਜਾਬੀਓ, ਤੁਹਾਡੀ ਮਾਂ ਮਾਰੇ ਅੱਜ ਤਾ, ਛੱਡੋ ਪਿੱਛੇ ਵਰਿਆਂ ਦੀਆਂ ਪਿਛਲੀਆਂ, ਸਿਰਜੋ ਇੱਕ ਵਰਾ, ਊਦਮ ਰਾਜ ਅਨੈਤ ਪੁਕਾਰਦੇ, ਲੋ ਆਪਣੀ ਧਰਤ ਬਚਾ, ਸੋਹਣਿਓ ਆਪਣੀ ਧਰਤ ਬਚਾ। ਕੰਡਿਆਂ ਵਾਲੇ ਰਾਹ ਸੀ ਤੇ ਤੂਫਾਨਾਂ ਵਾਲੀ ਰਾਤ, ਜਦੋਂ ਟੁੱਟੇ ਪਹਾੜ ਦਰਦਾਂ ਦੇ ਆਪਣੇ ਵੀ ਛੱਡ ਗਏ ਸੀ ਸਾਥ। ਇਹਨਾਂ ਦਰਦਾਂ ਦੇ ਨਾਲ ਬੀਤੀ ਜ਼ਿੰਦਗੀ ਤੇ ਤਸਵੀਰਾਂ ਨੇ ਉਦਾਸ, ਆਪਣਿਆਂ ਤੋਂ ਹੀ ਵਿਛੜਨਾ ਸਾਨੂੰ ਆਇਆ ਨਹੀਂ ਰਾਸ। ਕਹਾਣੀਆਂ ਦੇ ਵਿੱਚ ਚੀਖ ਹੈ, ਇਹ ਉਹ ਚੀਖ ਹੈ ਜੋ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੀ ਹੈ, ਲੇਕਿਨ ਵਕਤ ਖੁਦ ਹੀ ਜ਼ਖਮਾਂ ਨੂੰ ਭਰਦਾ ਹੈ।